ਪੰਜਾਬੀ ਸ਼ਾਨੋ ਸ਼ੌਕਤ ਨਾਲ ਵਿਆਹ ਕਰਦੇ ਨੇ, ਲੇਕਿਨ ਵਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਹਨਾ ਵੱਲੋਂ ਅੱਜ ਇੱਕ ਚੰਗਾ ਸੁਨੇਹਾ ਦਿੱਤਾ ਗਿਆ, ਜਿੱਥੇ ਕਿ ਉਹਨਾਂ ਨੇ ਆਪਣੀ ਸ਼ਾਦੀ ਇੱਕ ਸਮਾਜਿਕ ਰੀਤੀ ਰਿਵਾਜਾਂ ਨਾਲ ਕੀਤੀ ਔਰ ਸ਼ਾਂਤਮਈ ਤਰੀਕੇ ਦੇ ਨਾਲ, ਔਰ ਜਿਸ ਤਰ੍ਹਾਂ ਕਿ परंपरा ਹੁੰਦੀ ਹੈ ਉਸ ਤਰ੍ਹਾਂ ਕੀਤੀ ਹੈ। ਕਿਸੇ ਤਰ੍ਹਾਂ ਦਾ ਕੋਈ ਢੋਲ ਢਮੱਕਾ ਨਹੀਂ, ਬਿਲਕੁਲ ਸਿੱਖ ਰਵਾਇਤਾਂ ਦੇ ਮੁਤਾਬਕ ਇਸ ਵਿਆਹ ਨੂੰ ਕੀਤਾ ਗਿਆ ਹੈ। ਤਾਂ ਅਸੀਂ ਇਸ ਵਕਤ ਉਹਨਾਂ ਦੇ ਘਰ ਦੇ ਬਾਹਰ ਖੜ੍ਹੇ, ਤੁਸੀਂ ਵੇਖੋ ਕਿ ਇਸ ਪਿੰਡ ਦੇ ਵਿੱਚ ਵਿਆਹ ਹੋਇਆ ਹੈ, ਪਰ ਇੱਥੇ ਕਿਸੇ ਤਰ੍ਹਾਂ ਦਾ ਕੋਈ ਡੀਜੇ ਨਹੀਂ ਹੈ ਔਰ ਕਿਸੇ ਤਰ੍ਹਾਂ ਦਾ ਕੋਈ ਟੈਂਟ ਲਗਾ ਕੇ ਕੋਈ ਸ਼ੋਰ ਗੱਲਾਂ ਨਹੀਂ ਕੀਤਾ ਜਾ ਰਿਹਾ। ਜਿਵੇਂ ਸਾਦਗੀ ਨਾਲ, ਜੋ ਕਿ ਇੱਕ ਸਿੱਖੀ ਦੀ ਪਰੰਪਰਾ ਹੈ, ਕਿਉਂਕਿ ਕਈ ਵਾਰ ਸੁਨੇਹਾ ਵੀ ਇਸ ਤਰ੍ਹਾਂ ਦੇ ਜਿਹੜੇ ਧਾਰਮਿਕ ਆਗੂ ਉਹਨਾਂ ਵੱਲੋਂ ਦਿੱਤਾ ਜਾਂਦਾ ਹੈ ਕਿ ਇਸ ਤਰ੍ਹਾਂ ਦੇ ਕੰਮ ਕਰੋ ਤਾਂ ਕਿ ਅਸੀਂ ਆਪਣੇ ਆਪ ਨੂੰ ਫਜ਼ੂਲ ਦੇ ਖਰਚਿਆਂ ਤੋਂ ਬਚਾ ਸਕੀਏ। ਤੇ ਸਾਡੇ ਨਾਲ ਸਿੱਖ ਆਗੂ ਮੌਜੂਦ ਨੇ। ਤਾਂ ਸਭ ਤੋਂ ਪਹਿਲਾਂ ਤਾਂ ਭਾਈ ਸਾਹਿਬ ਵਧਾਈ ਬਹੁਤ ਸਾਰੀ ਭਾਈ ਸਾਹਿਬ ਦੇ। ਹਾਂਜੀ, ਬਹੁਤ ਬਹੁਤ ਮਿਹਰਬਾਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਇੱਕ ਸੁਨੇਹਾ ਦਿੱਤਾ, ਇਹਨੂੰ ਕਿਸ ਤਰ੍ਹਾਂ ਵੇਖਦੇ ਹੋ? ਕਿਉਂਕਿ ਅਕਸਰ ਸਟੇਜ ਤੇ ਗੱਲਾਂ ਕਰਦੇ ਸਨ, ਪਰ ਇਹ ਪਹਿਲੀ ਵਾਰ ਹੋਇਆ ਕਿ ਉਹਨਾਂ ਨੇ ਆਪਣੇ ਤੇ ਖੁਦ ਇੰਪਲੀਮੈਂਟ ਕੀਤਾ। ਹਾਂਜੀ, ਸਿੱਖੀ ਦੇ ਵਿੱਚ ਕਹਿਣੀ ਤੇ ਕਰਨੀ ਭਰਪੂਰ ਆ। ਜਿਸ ਸਿੱਖ ਦੀ ਕਹਿਣੀ ਤੇ ਕਰਨੀ 'ਚ ਫਰਕ ਹੋਵੇ, ਲੋਕ ਉਹਦੇ ਤੇ ਯਕੀਨ ਕਰਨਾ ਹਟ ਜਾਂਦੇ ਆ। ਸੋ ਭਾਈ ਅੰਮ੍ਰਿਤਪਾਲ ਸਿੰਘ ਲੰਮੇ ਸਮੇਂ ਤੋਂ ਸਾਦਗੀ ਦੀ ਗੱਲ ਕਰ ਰਹੇ ਸਨ, ਜਿਹੜੀਆਂ ਸਿੱਖ ਰੌ ਰੀਤਾਂ ਉਹਦੇ ਅਨੁਸਾਰ ਚੱਲਣ ਦੀ ਗੱਲ ਕਰ ਰਹੇ ਸਨ। ਤੁਸੀਂ ਖਾਲਸਾ ਵੀਰ ਦੇ ਦੌਰਾਨ ਵੀ ਵੇਖਿਆ ਕਿ ਜਿਹੜੇ ਦੀਵਾਨ ਸਜਾਏ ਗਏ ਸਨ, ਉੱਥੇ ਕੋਈ ਬਹੁਤੀਆਂ ਬੇਲੋੜੀਆਂ ਲਾਈਟਾਂ ਨਹੀਂ ਲਾਈਆਂ, ਉੱਚੇ ਸਾਊਂਡ ਨਹੀਂ ਸੀ ਲਾਏ, ਕੋਈ ਬਹੁਤਾ ਰੌਲਾ ਰੱਪਾ ਨਹੀਂ। ਸੋ ਬਿਲਕੁਲ ਜਿਹੜੀ ਪੁਰਾਣੀ ਰੀਤ, ਜਿਹੜੀ ਸਿੱਖੀ ਦੀ ਰੀਤ ਮੁੱਢ ਤੋਂ ਚੱਲਦੀ ਆ ਰਹੀ ਹੈ, ਉਸ ਅਨੁਸਾਰ ਹੀ ਉਹ ਚੱਲ ਰਿਹਾ। ਇਸੇ ਤਰ੍ਹਾਂ ਅੱਜ ਉਹਨਾਂ ਦਾ ਆਨੰਦ ਕਾਰਜ ਸੀ, ਬੜੀ ਮੁਬਾਰਕ ਘੜੀ ਆ। ਸੋ ਇੱਥੇ ਜਿਹੜੇ ਪਰਿਵਾਰ ਦੇ ਜੀ, ਦੋਸਤ ਜਾਂ ਜਥੇਬੰਦੀ ਦੇ ਸਿੰਘ, ਸੋ ਇਹ ਸਾਰੇ ਇੱਥੇ ਇਕੱਠੇ ਹੋਏ ਪਿੰਡ ਜਲੂਪੁਰ ਖੈੜਾ 'ਚ। ਸੋ ਅੱਜ ਬੜੀ ਖੁਸ਼ੀ ਦੀ ਗੱਲ ਆ, ਅਕਾਲ ਪੁਰਖ ਨੇ ਉਹਨਾਂ ਨੂੰ ਇੱਕ ਨਵਾਂ ਜੀਵਨ ਜਿਹੜਾ ਨਾਲ ਸਾਥੀ ਬਖਸ਼ਿਆ ਹੋਇਆ। ਕੀ ਸੁਨੇਹਾ ਜਾਏਗਾ ਸਮਾਜ ਨੂੰ? ਕਿਉਂਕਿ ਅਕਸਰ ਦੇਖਦੇ ਪੰਜਾਬੀਆਂ ਆਪਣੇ ਵਿਆਹ ਕਰਕੇ ਵੀ ਜਾਣੇ ਜਾਂਦੇ ਸਨ, ਲੇਕਿਨ ਅੱਜ ਇੱਕ ਨਵੀਂ ਪਹਿਲ ਕਦਮੀ, ਔਰ ਸਭ ਤੋਂ ਵੱਡੀ ਗੱਲ ਹੈ ਕਿ ਚੰਗੀ ਪਹਿਲ ਕਦਮੀ ਇਸ ਨੂੰ ਕਹਾਂਗੇ। ਹਾਂਜੀ, ਸੁਣਿਆ ਜਿਹੜਾ ਵਾ, ਲੋਕ ਚੰਗੀਆਂ ਗੱਲਾਂ ਗ੍ਰਹਿਣ ਕਰ ਲਿਆ ਕਰਦੇ ਆ। ਜੇ ਵੇਖੋ ਕਿ ਕੋਈ ਆਗੂ ਇਹ ਕਹੇ ਕਿ ਤੁਸੀਂ ਬਿਲਕੁਲ ਸਾਦਾ ਜਿਉਣਾ ਤੇ ਆਪ ਉਹਦੇ ਜੀਵਨ 'ਚ ਉਹ ਗੱਲ ਨਾ ਹੋਵੇ, ਤਾਂ ਫਿਰ ਲੋਕ ਉਂਗਲਾਂ ਕਰਦੇ ਆ। ਸੋ ਉਹਨਾਂ ਨੇ ਕਰਕੇ ਦੱਸਿਆ, ਸਿੱਖੀ ਜਿਹੜਾ ਵਾ ਉਹ ਪ੍ਰੈਕਟੀਕਲ ਜੀਵਨ ਨੂੰ ਜਿਉਣ ਦਾ ਰਾਹ ਵਾ। ਸੋ ਉਹਦੇ 'ਤੇ ਚੱਲਣਾ ਚਾਹੀਦਾ। ਸੋ ਬਿਲਕੁਲ ਇਹ ਸਾਦੇ ਤਰੀਕੇ ਨਾਲ ਇਹ ਸਾਰੀ ਜਿਹੜੀ ਆ ਰਸਮ ਜਿਹੜੀ ਆ ਰੌ ਰੀਤ ਅਨੁਸਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੂਰੀ 'ਚ ਪਹਿਲਾਂ ਤੰਤੀ ਸਾਜਾਂ ਨਾਲ ਕੀਰਤਨ ਹੋਇਆ, ਤੇ ਉਹ ਜਥਾ ਵੀ ਸਾਡਾ ਜਿਹੜਾ ਖਾਲਸਾ ਵੀਰ ਦੇ ਵਿੱਚ ਪਹਿਲਾਂ ਤੋਂ ਤਲਵੰਡੀ ਵਾਲੇ ਸਿੰਘ ਚੱਲਦੇ ਆ ਰਹੇ ਸਨ, ਉਹਨਾਂ ਕੀਤਾ। ਤੇ ਉੱਥੇ ਵੀ ਕੋਈ ਲਾਊਡ ਨਹੀਂ ਕੀਤੀ ਗਈ ਆਵਾਜ਼, ਬਿਲਕੁਲ ਆਨੰਦਮਈ ਤਰੀਕੇ ਨਾਲ ਕੀਰਤਨ। ਕਹਿੰਦੇ ਕਿ ਗੁਰਦੁਆਰਾ ਸਾਹਿਬ ਦੇ ਨਾਲ ਜਿਹੜੇ ਲੋਕ ਸੀ ਉਹਨਾਂ ਨੂੰ ਨਹੀਂ ਸੀ ਪਤਾ ਚੱਲਿਆ ਕਿ ਇਸ ਤਰ੍ਹਾਂ ਆਨੰਦ ਕਾਰਜ। ਹਾਂਜੀ, ਇਹ ਤੁਸੀਂ ਵੇਖੋ ਕਿ ਪਿਛਲੇ 2 ਦਿਨਾਂ ਤੋਂ ਪੰਜਾਬ ਭਰ ਦੇ ਵਿੱਚ ਜਾਂ ਹੋਰ ਪਾਸੇ ਵੀ ਮੀਡੀਆ ਨੇ ਨਾ ਇੱਕ ਇਸ ਖਬਰ ਨੂੰ ਇੱਦਾਂ ਪੇਸ਼ ਕੀਤਾ ਜਿਵੇਂ ਕੋਈ ਗਿਰਜਾਂ ਟੁੱਟ ਪੈਂਦੀਆਂ ਨੇ। ਜਿਹੜਾ ਭਾਈ ਸਾਹਿਬ ਦੇ ਨਾਲ ਜੋੜ ਕੇ ਇੱਕ ਬੀਬੀ ਕੋ ਪੱਤਰਕਾਰ ਸਨ UK ਤੋਂ, ਉਹਨਾਂ ਦੀ ਤਸਵੀਰ ਜਿਹੜੀ ਲਾ ਦਿੱਤੀ। ਬਿਲਕੁਲ। ਸੋ ਉਸ ਤੋਂ ਬਾਅਦ ਇੱਕ ਹੋਰ ਤਸਵੀਰ ਵੀ ਜੋੜ ਦਿੱਤੀ। ਸੋ ਇਸ ਤਰੀਕੇ ਨਾਲ ਜਿਹੜੀ ਕੋਈ ਕਿਸੇ ਵੀ ਸਿੱਖ ਆਗੂ ਦੀ ਜਾਂ ਕਿਸੇ ਵੀ ਇਨਸਾਨ ਦੀ ਪਰਸਨਲ ਲਾਈਫ ਆ, ਕਿ ਉਸ ਦੀ ਪਤਨੀ ਦੀਆਂ ਤਸਵੀਰਾਂ ਇਸ ਤਰੀਕੇ। ਉਹਨਾਂ ਨੇ ਸਾਡੇ ਨਾਲ ਜਦੋਂ ਗੱਲਬਾਤ ਕੀਤੀ, ਉਹਨਾਂ ਨੇ ਬੜੀ ਇੱਕ ਚੰਗਾ ਸੁਨੇਹਾ ਦਿੱਤਾ ਕਿ ਕਹਿੰਦੇ ਅਸੀਂ ਜਿਹੜਾ ਹੈ, ਮੈਂ ਆਪਣੇ ਘਰ ਨੂੰ ਅੱਗੇ ਨਹੀਂ ਲੈਣਾ ਚਾਹੁੰਦਾ, ਜਿਹੜੀ ਗੱਲ ਮੈਂ ਪਹਿਲਾਂ ਵੀ ਕਰ ਰਿਹਾ ਸੀ ਉੱਦਾਂ ਮੈਂ ਕਰਦਾ ਰਹਾਂਗਾ। ਚੰਗੀ ਗੱਲ ਕੀਤੀ ਉਹਨਾਂ ਨੇ ਕਿ ਮੈਂ ਆਪਣੇ ਪਰਿਵਾਰ ਦੀ ਕਿਸੇ ਤਸਵੀਰ ਨੂੰ ਵੀ ਵਾਇਰਲ ਨਹੀਂ ਕਰਨਾ ਚਾਹੁੰਦਾ। ਹਾਂ, ਕਿਉਂਕਿ ਇੱਥੇ ਬੜੇ ਬੁਰੇ ਤਰ੍ਹਾਂ ਦੇ ਲੋਕ ਵੀ ਹੁੰਦੇ, ਸਾਰੇ ਚੰਗੇ ਨਹੀਂ ਹੁੰਦੇ। ਇੱਥੇ ਤਸਵੀਰਾਂ ਨਾਲ ਛੇੜਖਾਨੀਆਂ ਕਰਕੇ ਕੁਛ ਹੋਰ ਹੀ ਕਾਰਟੂਨ ਟਾਈਪ ਬਣਾ ਦਿੰਦੇ ਆ ਜਾਂ ਕੁਛ ਗਲਤ। ਫਿਰ ਉਹਦੇ ਨਾਲ ਇਹ ਹੁੰਦਾ ਕਿ ਜਿਹੜਾ ਇੱਕ ਇਹ ਵੀ ਗੱਲ ਹੈ ਜਿਹੜੀ ਕਹਿ ਕੇ ਹਟਿਆ, ਦੂਸਰਾ ਹੁੰਦਾ ਕਿ ਇੱਕ ਤੁਹਾਡੀ ਪਰਸਨਲ ਆਜ਼ਾਦੀ ਹੁੰਦੀ ਆ, ਤੁਸੀਂ ਭੀੜ 'ਚ ਵਿਚਰਨ ਜੋਗੇ ਨਹੀਂ ਰਹਿੰਦੇ। ਜਿਹੜਾ ਪਬਲਿਕ ਫਿਗਰ ਹੁੰਦਾ ਉਹ ਤਾਂ ਭਾਈ ਸਾਹਿਬ ਨੇ, ਨਾ ਕਿ ਉਹਨਾਂ ਦੇ ਵਾਈਫ, ਇਸ ਕਰਕੇ। ਜੀ ਜੀ ਜੀ, ਤਾਂ ਬਿਲਕੁਲ ਇੱਕ ਚੰਗਾ ਸੁਣਿਆ। ਤੁਸੀਂ ਦੇਖੋ ਕਿ ਗੱਡੀ ਵੀ ਜਿਹੜੀ ਉਹਨਾਂ ਦੀ ਆਪਣੀ ਹੈ, ਉਸ ਨੂੰ ਵੀ ਕਿਸੇ ਤਰ੍ਹਾਂ ਦੀ ਸਜਾਵਟ ਨਹੀਂ ਕੀਤੀ ਗਈ। ਬਿਲਕੁਲ ਜਿਸ ਤਰ੍ਹਾਂ ਨਾਰਮਲ ਉਹ ਕਾਰ ਦੇ ਵਿੱਚ ਜਾਂਦੇ ਨੇ ਉਸ ਤਰ੍ਹਾਂ ਗਏ, ਤੇ ਆਪਣੇ ਜਿਹੜੇ ਸਗੇ ਸੰਬੰਧੀ ਸਨ ਤਾਂ ਉਹਨਾਂ ਨੂੰ ਲੈ ਕੇ ਜਿਹੜੇ ਆਏ ਨੇ। ਤਾਂ ਇਹ ਰਸਤਾ ਵੀ ਤੁਹਾਨੂੰ ਦਿਖਾ ਰਿਹਾ, ਕੋਈ ਟੈਂਟ ਨਹੀਂ ਹੈ ਕਿਸੇ ਤਰ੍ਹਾਂ ਦਾ। ਬਿਲਕੁਲ ਜਿਸ ਤਰੀਕੇ ਨਾਲ ਖਾਲਸਾਈ ਨਿਸ਼ਾਨ ਜਿਹੜਾ ਹੈ ਘਰ ਦੇ ਉੱਤੇ ਝੂਲਦਾ ਸੀ, ਤਾਂ ਹੁਣ ਵੀ ਉਸੇ ਤਰੀਕੇ ਨਾਲ ਬਿਲਕੁਲ ਤੁਸੀਂ ਦੇਖੋ, ਕਿਸੇ ਤਰ੍ਹਾਂ ਦੀ ਕੋਈ ਲਾਈਟਿੰਗ ਵਾਈਟਿੰਗ ਨਹੀਂ ਹੈ। ਤਾਂ ਇਹ ਭਾਜੀ ਕਿ ਇਸ ਤਰ੍ਹਾਂ ਦੇ ਅਗਰ ਸਮਾਜ ਸਾਡਾ ਬਣ ਜਾਏ ਤਾਂ ਕੀ ਸਮਝਦੇ ਹੋ ਕਿ ਕਿੰਨੀਆਂ ਕੁ ਕੁਰੀਤੀਆਂ ਸਾਡੇ ਸਮਾਜ ਦੀਆਂ ਦੂਰ ਹੋ ਸਕਦੀਆਂ? ਵੇਖੋ, ਸਭ ਤੋਂ ਪਹਿਲਾਂ ਜਿਵੇਂ ਭਾਈ ਸਾਹਿਬ ਦੇ ਦੋਵਾਂ ਪਰਿਵਾਰਾਂ ਦੀ ਗੱਲ, ਇੱਕ ਆਪਣਾ ਪਰਿਵਾਰ ਉਹਨਾਂ ਦਾ ਇੱਥੋਂ ਵਾਲਾ, ਦੂਸਰਾ ਸਹੁਰੇ ਪਰਿਵਾਰ, ਤੇ ਇਹ ਪਰਿਵਾਰ ਵੇਖੋ ਕਿੰਨੇ ਚੰਗੇ ਆ ਕਿ ਜਿਨ੍ਹਾਂ ਨੇ ਸਹਿਮਤੀ ਤੇ ਉਸ ਉੱਤੇ ਚੱਲੇ ਆ। ਕੱਲੀ ਇਹ ਨਹੀਂ ਹੈ ਗੱਲ ਕਿ ਭਾਈ ਅੰਮ੍ਰਿਤਪਾਲ ਸਿੰਘ ਨੇ ਸੋਚਿਆ ਤੇ ਉਹ ਗੱਲ ਲਾਗੂ ਹੋ ਗਈ, ਨਾਲ ਸਾਰਿਆਂ ਸਹਿਯੋਗ ਕੀਤਾ। ਸੋ ਇਹ ਤਾਂ ਸਾਰਿਆਂ ਦਾ ਹੀ ਸਾਂਝਾ ਮਕਸਦ ਆ, ਕਿਉਂਕਿ ਅਸੀਂ ਜਦੋਂ ਵੇਖਦੇ ਹਾਂ ਕਿ ਪੰਜਾਬ ਜਿਹੜਾ ਆਰਥਿਕ ਤੌਰ 'ਤੇ ਕਮਜ਼ੋਰ, ਸਰਕਾਰਾਂ ਨੇ ਸਾਨੂੰ ਨਪੀੜਿਆ ਹੋਇਆ, ਵੱਖ-ਵੱਖ ਹੱਲੇ ਕਈ ਸਮਿਆਂ ਤੋਂ ਚੱਲ ਰਿਹਾ। ਇੱਕ ਪਾਸੇ ਕਿਸਾਨ ਜਿਹੜੇ ਆ ਜਦੋਂ ਖੁਦਕੁਸ਼ੀਆਂ ਵਾਲੇ ਰਾਹ ਤੁਰੇ ਹੋਣ, ਉਹ ਕਰਨੀ ਨਹੀਂ ਚਾਹੀਦੀ। ਪਰ ਜਿਹੜੇ ਜੋ ਸਾਡੇ ਹੱਥ ਹੈ ਕਿ ਅਸੀਂ ਜਿਹੜੇ ਬੇਲੋੜੇ ਖਰਚੇ ਉਹਨਾਂ ਨੂੰ ਘਟਾ ਸਕਦੇ ਹਾਂ,
ਮੈਂ ਤੁਹਾਨੂੰ ਇੱਕ ਉਦਾਹਰਣ ਵਜੋਂ ਦੱਸਦਾ, ਗੱਲ ਨਿੱਜੀ ਆ ਕਿ ਮੈਂ ਇੱਕ ਵਿਆਹ ਤੇ ਗਿਆ ਕੋਈ ਕੁਝ ਸਾਲ ਪਹਿਲਾਂ, ਤੇ ਉੱਥੇ ਇੰਨੀ ਤੇਜ਼ ਆਵਾਜ਼ ਦੇ ਨਾਲ ਮੈਨੂੰ ਜਿਹੜਾ ਸੈਮੀ ਪੈਰਾਲਾਈਜ਼ ਹੋਇਆ ਡੀਜ਼ੇ ਦੀ ਆਵਾਜ਼ ਦੇ ਨਾਲ, ਮੈਂ ਦਿਨੇ ਨਾ ਚਾਹੁੰਦਿਆਂ ਵੀ ਬਹਿਣਾ ਪਿਆ ਤੇ ਰਾਤ ਨੂੰ ਮੈਨੂੰ ਇਹ ਦਿੱਕਤ ਆ ਗਈ ਤੇ ਉਹ ਮੈਨੂੰ ਕੁਝ ਸਮੇਂ ਬਾਅਦ ਅਜੇ ਵੀ ਮੇਰੀ ਆਈ ਸਾਈਟ ਤੇ ਕੰਨ 'ਚ ਫਰਕ ਪਿਆ। ਸੋ ਇਹ ਆ ਅਜੋਕੇ ਵਿਆਹਾਂ ਦੀ ਦੇਣ। ਇੱਥੇ ਬੜਾ ਸ਼ਾਂਤਮਈ, ਬੜਾ ਚੰਗਾ ਮਾਹੌਲ ਲੱਗ ਰਿਹਾ ਜੀ। ਹਾਂ, ਇੱਥੇ ਫਿਰ ਤੁਸੀਂ ਗੁਰੂ ਦੇ ਨੇੜੇ ਹੁੰਦੇ ਹੋ। ਬਿਲਕੁਲ। ਜੇ ਤੁਸੀਂ ਦਰਬਾਰ ਸਾਹਿਬ ਜਾਂਦੇ ਹੋ ਤੇ ਕਿੰਨਾ ਸਹਿਜ ਮਿਲਦਾ, ਤੇ ਤੁਸੀਂ ਸਹਿਜ ਨੂੰ ਗਵਾ ਕੇ ਹੋਰ ਭੀੜਾਂ 'ਚ ਰੌਲੇ ਰੱਪਿਆਂ 'ਚ ਗਵਾਚੋਗੇ, ਗੁਰੂ ਤੋਂ ਵੀ ਦੂਰ ਜਾਓਗੇ, ਆਪਣੇ ਮਨ ਤੋਂ ਵੀ ਦੂਰ ਜਾਓਗੇ ਜੀ। ਤਾਂ ਸਿੱਖੀ ਨਾਲ ਜੁੜਨ ਦਾ ਚੰਗਾ ਪ੍ਰਯਾਸ ਹੈ। ਤਾਂ ਜੋ ਕਿਹਾ ਜਾਂਦਾ ਸੀ ਉਸ ਦੇ ਉੱਤੇ ਅਮਲ ਹੈ। ਤਾਂ ਤੁਸੀਂ ਦੇਖੋ ਕਿ ਇਹ ਵੀ ਰਸਤਾ ਭਾਈ ਸਾਹਿਬ ਦੇ ਘਰ ਨੂੰ ਜਾਂਦਾ ਹੈ। ਇਹ ਜਿਹੜਾ ਤੁਸੀਂ ਗਲੀ ਦੇਖ ਰਹੇ ਹੋ ਆਪਣੀ ਟੀਵੀ ਸਕਰੀਨ ਤੇ, ਤਾਂ ਇੱਥੇ ਦੇਖੋ ਕਿਸੇ ਤਰ੍ਹਾਂ ਦਾ ਕੋਈ ਵੀ ਇੱਥੋਂ ਤੱਕਨ ਕਿ ਕੋਈ ਵੀ ਢੋਲ ਟਮੱਕਾ ਨਹੀਂ ਹੈ। ਤਾਂ ਬਿਲਕੁਲ ਸਾਦਗੀ ਭਰਾ ਵਿਆਹ ਹੈ। ਘਰ ਦੇ ਵਿੱਚ ਨੋਰਮਲ ਲਾਈਫ ਜਿਸ ਤਰ੍ਹਾਂ ਹੁੰਦੀ ਹੈ। ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਆਨੰਦ ਕਾਰਜ ਕੀਤੇ ਗਏ, ਤਾਂ ਉਸ ਤੋਂ ਬਾਅਦ ਬਕਾਇਦਾ ਤੌਰ ਤੇ ਉਹਨਾਂ ਨੇ ਸ਼ਾਦੀ ਕੀਤੀ ਹੈ। ਤਾਂ ਭਾਜੀ ਕੀ ਸਮਝ ਸਕਦੇ ਹੋ ਕਿ ਇਸ ਪਰੰਪਰਾ ਨੂੰ ਹੁਣ ਅੱਗੇ ਵਧਾਉਣਾ ਚਾਹੀਦਾ ਤਾਂ ਕਿ ਲੋਕ, ਖਾਸ ਕਰਕੇ ਨੌਜਵਾਨ ਪੀੜ੍ਹੀ, ਕਿਉਂਕਿ ਵਿਆਹ ਦੇ ਨੌਜਵਾਨਾਂ ਦੇ ਹੁੰਦੇ ਨੇ, ਉਹ ਇਸ ਤਰ੍ਹਾਂ ਦੇ ਵਿਆਹ ਕਰਨ ਇੱਕ ਚੰਗਾ ਸੁਨੇਹਾ ਦੇਣ? ਪੰਜਾਬ ਦੇ ਲੋਕ ਬਹੁਤ ਚੰਗੇ ਆ, ਉਹਨਾਂ ਨੂੰ ਕੋਈ ਰਾਹ ਦਿਖਾ ਦਈਏ ਤਾਂ ਉਸ ਪਾਸੇ ਤੁਰ ਪੈਂਦੇ ਆ। ਜਦੋਂ ਪਿੰਡ ਰੋਡੇ 'ਚ ਜਿਸ ਦਿਨ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦੀ ਦਸਤਾਰਬੰਦੀ ਹੋਈ, ਤਾਂ ਉਹਨਾਂ ਨੇ ਪੰਚਾਇਤਾਂ ਨੂੰ ਤੇ ਹੋਰ ਥਾਵਾਂ ਤੇ ਵੀ ਕਿਹਾ ਕਿ ਤੁਸੀਂ ਨਸ਼ਿਆਂ ਦੇ ਖਿਲਾਫ ਮਤੇ ਪਾਓ। ਸਾਡੇ ਕੋਲ ਕਈ ਤਰ੍ਹਾਂ ਦੇ ਮਤੇ ਪੈ ਕੇ ਆਏ। ਪਿੰਡਾਂ ਨੇ ਐਲਾਨ ਕੀਤਾ ਕਿ ਅਸੀਂ ਪਿੰਡਾਂ 'ਚ ਕਰਿਆਨੇ ਦੀਆਂ ਦੁਕਾਨਾਂ ਦੇ ਉੱਤੇ ਤੰਬਾਕੂ ਵਿਕੀ ਜਾਂਦਾ, ਛੋਟੇ ਛੋਟੇ ਬੱਚੇ ਉਹਨਾਂ ਨੂੰ ਈਜ਼ੀ ਅਵੇਲੇਬਲ ਜਦੋਂ ਹੋ ਗਿਆ, ਸੌਖਾ ਮਿਲ ਗਿਆ, ਉਹ ਸਿਗਰਟਾਂ ਪੀਣਗੇ, ਜਰਦਾ ਲਾਉਣਗੇ ਮੂੰਹ 'ਚ। ਸੋ ਇਹ ਬਦਲ ਜਿਹੜਾ ਇਹ ਲੋਕਾਂ ਨੇ ਦੇਣਾ ਹੁੰਦਾ। ਇਹਨਾਂ ਨੇ ਇੱਕ ਐਗਜ਼ਾਮਪਲ ਕਰਕੇ ਦੱਸਦੀ ਆ। ਸੋ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਹੋਰ ਦੱਸਾਂ ਕਿ ਅੱਜ ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਦੇ ਭਰਾ ਸਨ, ਉਹ ਵੀ ਬਿਲਕੁਲ ਬਾਣੇ 'ਚ ਸੱਜੇ ਹੋਏ ਸਨ ਕਿ ਉਹ ਉਹਨਾਂ ਨੇ ਦਮਾਲਾ ਚੋਲਾ ਸਜਾਇਆ ਹੋਇਆ ਸੀ। ਇੱਦਾਂ ਹੀ ਤਕਰੀਬਨ ਸਾਰੇ ਪਾਸੇ ਸਿੱਖੀ ਦੀ ਗੱਲ ਹੋ ਰਹੀ ਸੀ। ਸੋ ਇਹ ਜਿਹੜੇ ਸਾਡਾ ਇੱਥੋਂ ਦਾ ਪੰਜਾਬ ਦਾ ਵਰਗ ਹੋਵੇ ਜਾਂ ਪੰਜਾਬ ਤੋਂ ਬਾਹਰ ਵਾਲੇ ਆ, ਉਹਨਾਂ ਨੂੰ ਇਸ ਰੂਪ 'ਚ ਆਉਣਗੇ ਤਾਂ ਲੋਕ ਸੁਖੀ ਹੋਣਗੇ। ਬਿਲਕੁਲ, ਸ਼ੁਕਰੀਆ ਬਹੁਤ ਸਾਰਾ ਤੁਹਾਡਾ ਸਮਾਂ ਦੇਣ ਵਾਸਤੇ ਸ਼ੁਕਰੀਆ। ਤਾਂ ਤੁਸੀਂ ਜਾਓ, ਤੁਸੀਂ ਕਿਉਂਕਿ ਇਸ ਇੱਥੇ ਘਰ ਆਏ ਹੋ। ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਤੁਹਾਨੂੰ ਅਸੀਂ ਘਰ ਦੀਆਂ ਤਸਵੀਰਾਂ ਇੱਕ ਵਾਰ ਫੇਰ ਦਿਖਾਉਂਦੇ ਹਾਂ ਕਿ ਗੱਡੀ ਤੱਕਨ ਸਜਾ ਕੇ ਨਹੀਂ ਰੱਖੀ ਗਈ। ਜਿਹੜੇ ਸਗੇ ਸੰਬੰਧੀ ਜਾਂ ਹੋਰ ਵੀ ਜਿਹੜੇ ਰਿਸ਼ਤੇਦਾਰ ਉਹਨਾਂ ਨੂੰ ਮਿਲਣ ਜਾ ਰਹੇ ਨੇ, ਤਾਂ ਬਿਲਕੁਲ ਸਾਦਗੀ ਦੇ ਨਾਲ ਜਾ ਰਹੇ ਨੇ। ਕਿਸੇ ਤਰ੍ਹਾਂ ਦਾ ਕੋਈ ਵੀ ਇਸ ਤਰ੍ਹਾਂ ਦਾ ਹੁਲਾਰੇ ਵਾਲਾ ਕੰਮ ਨਹੀਂ ਹੈ ਕਿ ਹੱਲਾ ਗੁੱਲਾ ਕਰਕੇ ਜਾਇਆ ਜਾਵੇ। ਤਾਂ ਅਕਸਰ ਪੰਜਾਬ ਦੇ ਵਿਆਹਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਲੋਕ ਹੱਲਾ ਗੁੱਲਾ ਕਰਦੇ ਨੇ, ਲੋਕ ਡੀਜੇ ਲਾਉਂਦੇ ਨੇ, ਤੇ ਬਹੁਤ ਸਾਰੀਆਂ ਚੀਜ਼ਾਂ ਕੀਤੀਆਂ ਜਾਂਦੀਆਂ। ਤੁਸੀਂ ਦੇਖੋ ਕਿ ਜਿਸ ਕਾਰ ਦੇ ਵਿੱਚ ਅਕਸਰ ਭਾਈ ਅੰਮ੍ਰਿਤਪਾਲ ਸਿੰਘ ਸਫ਼ਰ ਕਰਦੇ ਨੇ, ਤਾਂ ਉਹ ਅੱਜ ਖੁਦ ਇੱਕ ਤਰ੍ਹਾਂ ਦਾ ਬਿਲਕੁਲ ਜਿਸ ਤਰ੍ਹਾਂ ਗੱਡੀ ਉਹਨਾਂ ਦੀ ਪਹਿਲਾਂ ਸੀ ਉਸ ਤਰ੍ਹਾਂ ਹੀ ਹੈ। ਤਾਂ ਤੁਸੀਂ ਦੇਖੋ ਕਿ ਜਿਹੜਾ ਉਹਨਾਂ ਪਿੰਡ ਦਾ ਰਸਤਾ ਹੈ, ਕਿਸੇ ਤਰ੍ਹਾਂ ਦਾ ਕੋਈ ਵੀ ਇੱਦਾਂ ਦਾ ਕੰਮ ਨਹੀਂ ਕੀਤਾ ਗਿਆ ਜਿਹਦੇ ਨਾਲ ਕਿ ਕੋਈ ਹੱਲਾ ਗੁੱਲਾ ਹੋਵੇ, ਕੋਈ ਸ਼ੋਰ ਸ਼ਰਾਬਾ ਹੋਵੇ। ਇਸ ਘਰ ਦੇ ਵਿੱਚ ਸ਼ਾਦੀ ਹੋਈ ਹੈ, ਤਾਂ ਸ਼ਾਦੀ ਵਾਲੇ ਘਰ ਦੇ ਵਿੱਚ ਅਕਸਰ ਅਸੀਂ ਬਹੁਤ ਸਾਰੀਆਂ ਗੱਲਾਂ ਦੇਖਦੇ ਹਾਂ ਕਿ ਫੈਸਟੀਵਲ ਹੁੰਦੇ ਨੇ, ਬਹੁਤ ਸਾਰੇ ਨਾਚ ਗਾਣੇ ਹੁੰਦੇ ਨੇ, ਜਾਂ ਕਿਸੇ ਤਰੀਕੇ ਦਾ ਸ਼ੋਰ ਸ਼ਰਾਬਾ ਹੁੰਦਾ ਹੈ, ਲੇਕਿਨ ਇੱਥੇ ਕਿਸੇ ਤਰ੍ਹਾਂ ਦਾ ਨਹੀਂ। ਤੁਸੀਂ ਦੇਖੋ ਕਿ ਜਿਹੜੇ ਲੋਕ ਵੀ ਉਹਨਾਂ ਨੂੰ ਮਿਲਣ ਵਾਸਤੇ ਆ ਰਹੇ ਆ, ਜਿਹੜੀ ਗੱਡੀਆਂ ਨੇ ਇਹ ਉਹਨਾਂ ਲੋਕਾਂ ਦੀਆਂ ਨੇ ਜਿਹੜੇ ਲੋਕ ਇਹਨਾਂ ਨੂੰ ਮਿਲਣ ਵਾਸਤੇ ਆਏ ਨੇ, ਪਰ ਉਹ ਵੀ ਬਿਲਕੁਲ ਸਾਦੇ ਲਿਬਾਸ ਨਾਲ, ਬਿਲਕੁਲ ਸਾਦਗੀ ਦੇ ਨਾਲ ਆ ਰਹੇ ਨੇ। ਤਾਂ ਕਿਸੇ ਤਰ੍ਹਾਂ ਦਾ ਕੋਈ ਵੀ ਇਸ ਤਰ੍ਹਾਂ ਦਾ ਕੰਮ ਨਹੀਂ ਕੀਤਾ ਜਾ ਰਿਹਾ ਕਿ ਜਿਹਦੇ ਨਾਲ ਕਿ ਕੋਈ ਆਸ-ਪਾਸ ਦਾ, ਇੱਥੋਂ ਤੱਕ ਕਿ ਗੁਆਂਢੀ ਵੀ ਪਰੇਸ਼ਾਨ ਹੋਣ। ਤੁਸੀਂ ਦੇਖੋ ਕਿ ਜਿਹੜੇ ਲੋਕ ਆ ਰਹੇ ਨੇ ਲਗਾਤਾਰ ਉਹਨਾਂ ਨੂੰ ਮਿਲਣ ਵਾਸਤੇ, ਉਹਨਾਂ ਦੇ ਰਿਸ਼ਤੇਦਾਰ ਸਗੇ ਸੰਬੰਧੀ ਆ ਰਹੇ ਨੇ। ਤੇ ਇਸ ਘਰ ਦੇ ਵਿੱਚ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ, ਭਾਈ ਸਾਹਿਬ ਦੇ ਘਰ ਦੀ ਹੈ। ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਹਨਾਂ ਦਾ ਜਿਹੜਾ ਹੈ ਅੱਜ ਆਨੰਦ ਕਾਰਜ ਸਵੇਰੇ ਹੋਇਆ, ਤੇ ਉਸ ਤੋਂ ਬਾਅਦ ਅੱਜ ਜਿਹੜਾ ਹੈ ਉਹ ਆਪਣੀ ਜ਼ਿੰਦਗੀ ਦੇ ਅਗਲਾ ਪੜਾਵ ਜਿਹੜਾ ਹੈ ਉਸ ਦੇ ਵਿੱਚ ਆਏ ਨੇ। ਪਰ ਸਾਦਗੀ ਜਿਸ ਤਰੀਕੇ ਨਾਲ ਅਕਸਰ ਖਾਲਸਾ ਵਹੀਰ ਮੌਕੇ ਉਹਨਾਂ ਵੱਲੋਂ ਕਿਹਾ ਜਾਂਦਾ ਸੀ ਕਿ ਸਾਦਗੀ ਰੱਖਣੀ ਚਾਹੀਦੀ ਹੈ, ਤਾਂ ਉਸੇ ਸਾਦਗੀ ਨੂੰ ਬਰਕਰਾਰ ਰੱਖਦੇ ਹੋਏ ਭਾਈ ਸਾਹਿਬ ਵੱਲੋਂ ਇੱਕ ਸੁਨੇਹਾ ਦਿੱਤਾ ਗਿਆ। ਔਰ ਨਾਲ ਹੀ ਨਾਲ ਜਿਹੜੇ ਲੋਕ ਉਹਨਾਂ ਦੇ ਆਏ ਨੇ, ਜਿਹੜਾ ਨਾਲ ਉਹਨਾਂ ਦੇ ਸੰਬੰਧਿਤ ਲੋਕ ਸਨ, ਤਾਂ ਉਹਨਾਂ ਵੱਲੋਂ ਵੀ ਕਿਹਾ ਗਿਆ ਕਿ ਸਾਦਗੀ ਜ਼ਰੂਰੀ ਹੈ। ਤਾਂ ਇਸ ਕਰਕੇ ਉਹਨਾਂ ਨੇ ਸਿੱਖ ਸੰਗਤ ਨੂੰ ਅਪੀਲ ਕੀਤੀ ਹੈ ਕਿ ਲੋਕ ਇਸ ਤਰੀਕੇ ਨਾਲ ਵਿਆਹ ਕਰਨ, ਔਰ ਤਾਂ ਕਿ ਆਪਾਂ ਖਰਚ ਬਚਾ ਸਕੀਏ, ਕਿਉਂਕਿ ਪੰਜਾਬ ਅੱਗੇ ਕਾਫੀ ਜ਼ਿਆਦਾ ਆਰਥਿਕ ਮਾਰ ਹੈ, ਕਿਉਂਕਿ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ। ਤਾਂ ਬਹੁਤ ਸਾਰੇ ਐਸੇ ਮਾਮਲੇ ਸਾਹਮਣੇ ਆਉਂਦੇ ਨੇ ਜਿਹਦੇ ਵਿੱਚ ਕਿ ਕੋਈ ਕਿਸਾਨ ਵੀਰ ਇਸ ਤਰ੍ਹਾਂ ਹੁੰਦਾ ਹੈ ਕਿ ਕਰਜ਼ਾ ਲੈ ਕੇ ਵਿਆਹ ਕਰਦੇ ਨੇ। ਲੇਕਿਨ ਅੱਜ ਭਾਈ ਅੰਮ੍ਰਿਤਪਾਲ ਸਿੰਘ ਹਨਾਂ ਵੱਲੋਂ ਪਹਿਲ ਕਦਮੀ ਕੀਤੀ ਗਈ ਹੈ। ਤਾਂ ਉਮੀਦ ਕਰਦੇ ਹਾਂ ਹੋਰ ਵੀ ਨੌਜਵਾਨ ਇਸ ਤਰ੍ਹਾਂ ਕੰਮ ਕਰਨਗੇ, ਜਿਹਦੇ ਨਾਲ ਕਿ ਇੱਕ ਪੁਰਾਣਾ ਰੰਗਲਾ ਪੰਜਾਬ ਜਿਸ ਨੂੰ ਕਹਿੰਦੇ ਸਨ ਕਿ ਜਿਹਦੇ ਵਿੱਚ ਕਿ ਵਿਆਹ ਦੀ ਇੱਕ ਅਹਿਮੀਅਤ ਹੁੰਦੀ ਸੀ, ਰੀਤੀ ਰਿਵਾਜਾਂ ਨਾਲ ਵਿਆਹ ਕੀਤਾ ਜਾਂਦਾ ਸੀ, ਉਹ ਕੀਤਾ ਜਾਊ। ਤਾਂ ਇਹ ਇੱਕ ਚੰਗੀ ਪਹਿਲ ਕਦਮੀ ਭਾਈ ਸਾਹਿਬ ਵੱਲੋਂ ਕੀਤੀ ਗਈ। ਤਾਂ ਉਹਨਾਂ ਦੇ ਘਰ ਦੇ ਬਾਹਰ ਕਿਸ ਤਰੀਕੇ ਦਾ ਮਾਹੌਲ ਹੈ ਅਸੀਂ ਸਾਂਝਾ ਕੀਤਾ, ਕਿਉਂਕਿ ਇਸ ਸਵੇਰੇ ਆਨੰਦ ਕਾਰਜ ਹੋਏ ਨੇ। ਤਾਂ ਹੁਣ ਭਾਈ ਸਾਹਿਬ ਆਪਣੇ ਘਰੇ ਪਹੁੰਚੇ ਨੇ, ਤਾਂ ਫਿਲਹਾਲ ਉਹਨਾਂ ਦੇ ਦੋਸਤ ਯਾਰ ਸਗੇ ਸੰਬੰਧੀ ਉਹਨਾਂ ਨੂੰ ਮਿਲਣ ਵਾਸਤੇ ਇੱਥੇ ਪੁੱਜਦੇ ਨਜ਼ਰ ਆ ਰਹੇ ਨੇ। ਕੈਮਰਾਮੈਨ ਅਜੇ ਦੇ ਨਾਲ ਸੁਮਿਤ ਖੰਨਾ, ਗ੍ਰੇਟ ਪੰਜਾਬ TV, ਅੰਮ੍ਰਿਤਸਰ।